ਮਿੱਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ, ਆਦੇਸ ਤਿਸੈ ਆਦੇਸ। ਆਦਿ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਜਬਰ ਸ਼ਬਦ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਵਡਭਾਗੀ ਹੋ ਸਾਹਿਬਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕਰਕੇ ਅੰਮ੍ਰਿਤਮਈ ਪਾਵਨ ਬਾਣੀ ਆਸਾ ਕੀ ਵਾਰ ਦਾ ਕੀਰਤਨ ਸ਼ਰਵਣ ਕਰ ਰਹੇ ਸੀ ਤੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਸੀ। ਗੁਰੂ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਜੋ ਚੱਲ ਰਹੀ ਹੈ, ਉਸ ਵਿੱਚੋਂ 28ਵੀਂ ਪੌੜੀ ਦੇ ਪਾਠ ਨੂੰ ਆਪ ਜੀ ਨੇ ਸ਼ਰਵਣ ਕੀਤਾ ਹੈ। ਇਸ ਦੀ ਵਿਚਾਰ ਦੇ ਨਾਲ ਆਪਾਂ ਜੁੜਨਾ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਲਵਾਈਏ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਹਨਾਂ 4 ਪੌੜੀਆਂ ਦੇ ਅੰਦਰ ਪੌੜੀ ਨੰਬਰ 28 ਤੋਂ ਲੈ ਕੇ ਪੌੜੀ ਨੰਬਰ 31 ਤੱਕ ਜੋਗੀਆਂ ਦੇ ਨਾਲ ਵਿਚਾਰ ਚਰਚਾ ਕੀਤੀ ਹੈ। ਗੁਰੂ ਪਾਤਸ਼ਾਹ ਜੀ ਨੇ ਕਈ ਜਗ੍ਹਾ ਜੋਗੀ ਗੁਰੂ ਮਹਾਰਾਜ ਜੀ ਨੂੰ ਮਿਲੇ ਹਨ। ਸਮੇਂ-ਸਮੇਂ ਤੇ ਉਹਨਾਂ ਦੇ ਨਾਲ ਚਰਚਾਵਾਂ ਹੁੰਦੀਆਂ ਰਹੀਆਂ ਹਨ। ਜੋਗੀਆਂ ਦੇ ਨਾਲ ਲੰਬੀ ਚਰਚਾ ਸਿੱਧ ਗੋਸ਼ਟ ਬਾਣੀ ਦੇ ਰੂਪ ਦੇ ਵਿੱਚ ਹੋਈ ਮਿਲਦੀ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਦਰਜ ਹੈ। ਕੁਛ ਸਾਰੀ ਬਾਣੀ ਦੇ ਅੰਦਰ ਸਿੱਧਾਂ ਜੋਗੀਆਂ ਦੇ ਨਾਲ ਗੁਰੂ ਮਹਾਰਾਜ ਜੀ ਦੇ ਸਵਾਲ ਜਵਾਬ ਹੋਏ ਹਨ। ਇਸ ਤੋਂ ਇਲਾਵਾ ਜਿੱਥੇ ਕਿਤੇ ਜੋਗੀ ਮਿਲੇ, ਗੁਰੂ ਮਹਾਰਾਜ ਜੀ ਦੇ ਨਾਲ ਉਹਨਾਂ ਦੀ ਚਰਚਾ ਹੋਈ, ਉਹਨਾਂ ਦੀ ਵਿਚਾਰ ਹੋਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ 4 ਪੌੜੀਆਂ ਦੇ ਅੰਦਰ ਜੋਗੀਆਂ ਦੇ ਨਾਲ ਵਿਚਾਰ ਵਟਾਂਦਰਾ ਕਰਦੇ ਨੇ ਤੇ ਅਖੀਰਲੀਆਂ ਪੰਕਤੀਆਂ ਜਿਹੜੀਆਂ ਹਨ ਉਹਦੇ ਵਿੱਚ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹੋਏ ਕਹਿੰਦੇ ਨੇ, ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼। ਕਿਉਂਕਿ ਜੋਗੀ ਆਦੇਸ਼ ਸ਼ਬਦ ਵਰਤਦੇ ਹਨ, ਉਹ ਸ਼ਿਵ ਜੀ ਨੂੰ ਨਮਸਕਾਰ ਕਰਦੇ ਹਨ ਤੇ ਆਦੇਸ਼ ਸ਼ਬਦ ਉਹਨਾਂ ਦੇ ਮੁਖ ਦੇ ਵਿੱਚੋਂ ਨਿਕਲਦਾ ਹੈ। ਆਦੇਸ਼ ਦਾ ਅਰਥ ਹੁੰਦਾ ਹੈ ਨਮਸਕਾਰ, ਡੰਡੌਤ ਕਰਨੀ, ਨਮਸਕਾਰ ਕਰਨੀ। ਤੇ ਗੁਰੂ ਪਾਤਸ਼ਾਹ ਜੀ ਨੂੰ ਜੋਗੀ ਪੁੱਛਦੇ ਨੇ ਵੀ ਤੁਸੀਂ ਕਿਸ ਨੂੰ ਨਮਸਕਾਰ ਕਰਦੇ ਹੋ, ਤੁਸੀਂ ਕਿਸ ਦੇ ਅੱਗੇ ਝੁਕਦੇ ਹੋ? ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਝੁਕਦਾ ਹਾਂ, ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨਮਸਕਾਰ ਕਰਦਾ ਹਾਂ ਜੋ ਸਭ ਦਾ ਆਦ ਹੈ, ਸਭ ਦਾ ਮੁੱਢ ਹੈ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼। ਉਹ ਪਰਮਾਤਮਾ ਸਾਰਿਆਂ ਦਾ ਮੁੱਢ ਹੈ।
ਉਸ ਪਰਮਾਤਮਾ ਦਾ ਮੁੱਢ ਕੋਈ ਨਹੀਂ ਹੈ। ਸਾਰੀ ਸ੍ਰਿਸ਼ਟੀ ਦਾ ਮੁੱਢ ਉਹ ਪਰਮਾਤਮਾ ਵਾ, ਪਰ ਉਸ ਪਰਮਾਤਮਾ ਦਾ ਮੁੱਢ ਕੋਈ ਨਹੀਂ ਹੈ ਇਸ ਜਗਤ ਦੇ ਵਿੱਚ, ਜੋ ਸਾਰਿਆਂ ਦਾ ਮੁੱਢ ਹੈ ਤੇ ਜੋ ਕਾਲਕ ਤੋਂ ਰਹਿਤ ਹੈ, ਧੱਬਿਆਂ ਤੋਂ ਰਹਿਤ ਹੈ, ਜੋ ਨਾਸ਼ ਤੋਂ ਰਹਿਤ ਹੈ ਤੇ ਜੁਗਾਂ ਜੁਗਾਂਤਰਾਂ ਦੇ ਵਿੱਚ ਇੱਕੋ ਵੇਸ਼ ਵਿੱਚ ਟਿਕਿਆ ਹੋਇਆ ਹੈ, ਉਸ ਪਰਮਾਤਮਾ ਨੂੰ ਮੈਂ ਨਮਸਕਾਰ ਕਰਦਾ ਹਾਂ। ਆਦੇਸ਼ ਵਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼। ਮੈਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨਮਸਕਾਰ ਕਰਦਾ ਵਾਂ, ਉਸ ਦੇ ਗੁਣ ਗਾਉਂਦਾ ਵਾਂ, ਉਸ ਦਾ ਹੀ ਜਪ ਕਰਦਾ ਵਾਂ। ਤੇ ਮੈਂ ਵੀ ਤੁਹਾਡੇ ਵਾਂਗੂ ਇੱਕ ਜੋਗੀ ਹਾਂ। ਹੁਣ ਜੋਗੀਆਂ ਨੇ ਸਵਾਲ ਕੀਤਾ ਕਿ ਤੁਸੀਂ ਕਿਵੇਂ ਜੋਗੀ ਹੋ? ਤੁਹਾਡੇ ਕੋਲ ਕੋਈ ਜੋਗੀਆਂ ਵਾਲੇ ਚਿੰਨ੍ਹ ਤੇ ਹੈ ਨਹੀਂ ਵੀ ਜਿਸ ਤੋਂ ਵੇਖ ਕੇ ਅਸੀਂ ਮੰਨ ਸਕੀਏ, ਕਹਿ ਸਕੀਏ ਵੀ ਤੁਸੀਂ ਵਾਕਈ ਜੋਗੀ ਹੋ। ਕਿਉਂਕਿ ਜੋਗੀਆਂ ਦੇ ਕੋਲ ਚਿੰਨ੍ਹ ਨੇ ਤੇ ਚਿੰਨ੍ਹਾਂ ਨੂੰ ਉਹ ਰੱਬ ਦੀ ਪ੍ਰਾਪਤੀ ਦਾ ਸਾਧਨ ਸਮਝਦੇ ਹਨ। ਹੁਣ ਗੁਰੂ ਪਾਤਸ਼ਾਹ ਜੀ ਦੀ ਇਹ ਬੜੀ ਮਹਾਨ ਵਡਿਆਈ ਹੈ। ਗੁਰੂ ਪਾਤਸ਼ਾਹ ਜੀ ਦੇ ਪ੍ਰਚਾਰ ਕਰਨ ਦਾ ਬੜਾ ਨਵੇਕਲਾ ਤੇ ਵੱਖਰਾ ਢੰਗ ਹੈ ਦੂਸਰਿਆਂ ਦੇ ਨਾਲੋਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਸ ਇਨਸਾਨ ਦੇ ਕੋਲ ਬੈਠਦੇ ਹਨ ਜਾਂ ਜਿਸ ਇਨਸਾਨ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ, ਜੋ ਵੀ ਧਾਰਮਿਕ ਭੇਸ਼ ਜਾਂ ਚਿੰਨ੍ਹ ਉਸ ਨੇ ਪਹਿਨੇ ਹੁੰਦੇ ਨੇ, ਉਹਦੇ ਚਿੰਨ੍ਹਾਂ ਨੂੰ ਆਧਾਰ ਬਣਾ ਕੇ ਹੀ ਉਹਨੂੰ ਗੁਰਮਤਿ ਦਾ ਉਪਦੇਸ਼ ਗੁਰੂ ਮਹਾਰਾਜ ਜੀ ਦ੍ਰਿੜ ਕਰਵਾਉਂਦੇ ਆਏ ਹਨ। ਜੇ ਪੰਡਤ ਵੀਰ ਮਿਲੇ ਹਨ ਤੇ ਪੰਡਤ ਵੀਰ ਨੂੰ ਸੱਚੇ ਜਨੇਊ ਦੇ ਬਾਰੇ ਉਹਨਾਂ ਨੇ ਸੱਚ ਦਾ ਗਿਆਨ ਦ੍ਰਿੜ ਕਰਵਾਇਆ। ਜੇ ਕਾਜੀ ਮਿਲਦਾ ਹੈ ਤੇ ਕਾਜੀ ਨੂੰ ਗੁਰੂ ਪਾਤਸ਼ਾਹ ਜੀ ਸੱਚੀ ਨਮਾਜ਼ ਤੇ ਨਮਾਜ਼ ਦਾ ਅਰਥ ਕੀ ਹੈ, ਉਹਦੀਆਂ 5 ਵਕਤ ਦੀਆਂ ਨਮਾਜ਼ਾਂ ਦਾ ਗਿਆਨ ਦੇ ਕਰਕੇ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਨਮਾਜ਼ ਕਿਵੇਂ ਅਦਾ ਕਰਨੀ ਹੈ ਤੇ ਸੱਚਾ ਕਾਜੀ, ਸੱਚਾ ਮੁਸਲਮਾਨ ਕਿਹੋ ਜਿਹੇ ਜੀਵਨ ਕਿਰਦਾਰ ਵਾਲਾ ਹੁੰਦਾ ਹੈ, ਇਹ ਸਤਿਗੁਰੂ ਜੀ ਨੇ ਉਹਨੂੰ ਦ੍ਰਿੜ ਕਰਵਾਇਆ। ਤੇ ਅੱਜ ਜੋਗੀ ਮਿਲੇ ਨੇ ਤੇ ਜੋਗੀ ਗੁਰੂ ਮਹਾਰਾਜ ਜੀ ਨੂੰ ਪੁੱਛਦੇ ਨੇ ਵੀ ਤੁਹਾਡੇ ਕੋਲ ਕੋਈ ਚਿੰਨ੍ਹ ਨਹੀਂ ਹੈ, ਨਾ ਤੁਹਾਡੇ ਕੋਲ ਮੁੰਦਰਾ ਹੈ ਤੇ ਨਾ ਤੁਹਾਡੇ ਕੋਲ ਝੋਲੀ ਹੈ, ਨਾ ਤੁਹਾਡੇ ਕੋਲ ਖੱਪਰ ਹੈ, ਨਾ ਤੁਹਾਡੇ ਕੋਲ ਗੋਦੜੀ ਹੈ ਤੇ ਨਾ ਹੀ ਤੁਹਾਡੇ ਕੋਲ ਡੰਡਾ ਹੈ, ਤੇ ਨਾ ਹੀ ਤੁਸੀਂ ਆਪਣੇ ਤਨ ਤੇ ਕੋਈ ਸਵਾਹ ਬਣੀ ਹੈ ਜੋ ਜੋਗ ਮਤ ਦੇ ਚਿੰਨ੍ਹ ਹਨ। ਤੇ ਜੋਗੀ ਕਿਵੇਂ ਹੋ ਤੁਸੀਂ? ਅਸੀਂ ਕਿਵੇਂ ਤੁਹਾਨੂੰ ਜੋਗੀ ਮੰਨੀਏ? ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਹੈ ਤਾਂ ਮੈਂ ਜੋਗੀ, ਪਰ ਤੁਸੀਂ ਦੱਸੋ ਕਿ ਮਨੁੱਖ ਤਨ ਦਾ ਜੋਗੀ ਹੋਣਾ ਚਾਹੀਦਾ ਹੈ ਜਾਂ ਮਨ ਦਾ ਜੋਗੀ ਹੋਣਾ ਚਾਹੀਦਾ ਹੈ? ਜਿਹੜੇ ਚਿੰਨ੍ਹ ਤੁਸੀਂ ਦੱਸੇ ਹਨ ਉਹ ਤੇ ਕੇਵਲ ਤਨ ਨੂੰ ਪਵਾਏ ਜਾਂਦੇ ਹਨ, ਤੇ ਜਿਹੜੇ ਮੈਂ ਚਿੰਨ੍ਹ ਧਾਰਨ ਕੀਤੇ ਨੇ ਉਹ ਮੇਰੇ ਮਨ ਨੇ ਪਹਿਨੇ ਹੋਏ ਨੇ। ਤਨ ਨੇ ਤੇ ਇੱਥੇ ਨਾਸ਼ ਹੋ ਜਾਣਾ ਵਾ, ਇਸ ਕਰਕੇ ਮੈਂ ਤਨ ਦਾ ਜੋਗੀ ਨਹੀਂ ਹਾਂ, ਮੈਂ ਤੇ ਮਨ ਦਾ ਜੋਗੀ ਹਾਂ। ਜੇਕਰ ਤੁਸੀਂ ਆਖੋ ਕਿ ਤਨ ਨੂੰ ਜੋਗੀ ਬਣਾਉਣਾ ਹੈ ਤੇ ਸ਼ਾਇਦ ਇਹ ਰੂਪ ਰੇਖਾ ਨਾ ਮਿਲੇ, ਤਾਂ ਸਾਹਿਬ ਦੱਸਦੇ ਹਨ ਕਿ ਮੁੰਦਰਾਂ ਤੇ ਅਸੀਂ ਵੀ ਪਹਿਨੀਆਂ ਹੋਈਆਂ ਹਨ, ਪਰ ਜਿਹੜੀਆਂ ਮੁੰਦਰਾਂ ਅਸੀਂ ਪਹਿਨੀਆਂ ਹੋਈਆਂ ਹਨ ਉਹ ਤੁਹਾਨੂੰ ਪ੍ਰਤੱਖ ਤੌਰ ਤੇ ਦਿਖਾਈ ਨਹੀਂ ਦੇ ਸਕਦੀਆਂ। ਕਿਹੜੀਆਂ ਮੁੰਦਰਾਂ ਨੇ ਜੀ? ਤੇ ਕਹਿੰਦੇ ਨੇ ਉਹ ਮੁੰਦਰਾਂ ਤੁਹਾਨੂੰ ਵੀ ਪਹਿਨਣੀਆਂ ਚਾਹੀਦੀਆਂ ਹਨ ਜਿਹੜੀਆਂ ਮੁੰਦਰਾਂ ਮੈਂ ਪਹਿਨੀਆਂ ਹਨ। ਉਹ ਗੋਦੜੀ ਤੁਹਾਨੂੰ ਵੀ ਧਾਰਨ ਕਰਨੀ ਚਾਹੀਦੀ ਹੈ, ਉਹ ਖੱਪਰ ਤੁਹਾਨੂੰ ਵੀ ਪਕੜਨਾ ਚਾਹੀਦਾ ਹੈ, ਉਹ ਡੰਡਾ ਤੁਹਾਨੂੰ ਵੀ ਧਾਰਨ ਕਰਨਾ ਚਾਹੀਦਾ ਹੈ ਜਿਹੜਾ ਅਸੀਂ ਲੈ ਕੇ ਤੁਰ ਰਹੇ ਹਾਂ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਮਨ ਨੂੰ ਜੋਗੀ ਬਣਾਉਂਦੀਆਂ ਹਨ। ਕਹਿੰਦੇ ਨੇ ਜਿਹੜਾ ਮਨ ਨੂੰ ਜੋਗੀ ਬਣਾਏਗਾ ਉਹੀ ਪਰਮਾਤਮਾ ਤੱਕ ਪਹੁੰਚੇਗਾ। ਕੇਵਲ ਤਨ ਨੂੰ ਚਿੰਨ੍ਹ ਪਵਾ ਕਰਕੇ ਉਤੋਂ ਜੋਗੀ ਆਪਣੇ ਆਪ ਨੂੰ ਅਖਵਾਉਣ ਵਾਲਾ ਸ਼ਾਇਦ ਉਸ ਪਰਮਾਤਮਾ ਦੇ ਘਰ ਤੱਕ ਨਾ ਪਹੁੰਚ ਸਕੇ, ਪਰਮਾਤਮਾ ਦੇ ਵਿੱਚ ਅਭੇਦ ਨਾ ਹੋ ਸਕੇ। ਹੁਣ ਗੁਰੂ ਪਾਤਸ਼ਾਹ ਜੀ ਨੂੰ ਜਦੋਂ ਪੁੱਛਦੇ ਨੇ ਵੀ ਤੁਹਾਡੇ ਕੋਲ ਚਿੰਨ੍ਹ ਤੇ ਨਜ਼ਰੀ ਨਹੀਂ ਆ ਰਿਹਾ, ਕਿਹੜੇ ਚਿੰਨ੍ਹ ਤੁਸੀਂ ਪਹਿਨੇ ਹਨ, ਤੇ ਗੁਰੂ ਮਹਾਰਾਜ ਜੀ ਉਹਨਾਂ ਨੂੰ ਫਿਰ
इस 28ਵੀਂ पौड़ी के राही उन्हां चिन्हां दा भाव रब्बी गुणां दा जिक्र करके दसदे ने। ते गुरु पातशाह जी कह रहे ने मुंदा संतोख, तुसीं कच दीआं मुंदरां अपने कंन विच पहनियां होईयां हन ते असीं संतोख दीआं मुंदरां अपने मन नूं पवाईयां होईयां हन। संतोख वर्गा गुण धारण कीता है। जोगियो जे परमात्मा तक पहुंचना है ते पहला गुण जिहड़ा है संतोख दा अपने अंदर जीवन विच लैके आओ, क्योंकि संतोख मनुख के जीवन विच अगर होएगा तो मनुख परोपकार करने की भावना वाला बनेगा, मनुख गरीबां लोड़वंदां दी लोड़ पूरी करने वाला बनेगा। जो मालिक ने उन्होंने बख्शिया है, जो मेहनत कमाई करके जो थोड़ा बहुत उन्होंने प्राप्त होता है ਉਹਦੇ ਉੱਤੇ ਉਹਦੀ संतुष्टि होगी, वो तां मिलेगी जे संतोख वर्गा गुण ਉਹਦੇ ਕੋਲ है। तां ही ते बाबा फरीद साहब जी संतोख नाल भरे होए ने ते उन्हां दे अंदर दे भाव जिहड़े हन, अंदर दा एहसास उन्हां दे उच्चारण कीती हुई पवित्र बाणी दे विचों सानूं वेखण नूं मिलदा है। बाबा फरीद जी कहते ने, फरीदा रुखी सुखी खाई कै ठंडा पानी पीओ, देख पराई चोपड़ी ना तरसाए जियो। कि तेरी हक हलाल मेहनत दे विचों जो रुखा सुखा तेनों प्राप्त होंदा है ना, तू ओहदे उत्ते संतोष रख। मालक दा बख्शिया पानी जल छक, पराए भोजन स्वादलियां पदार्थां नूं वेख के, उच्चियां महल माड़ियां कोठियां नूं वेख करके, दूजे दे सुख सहूलतां नूं वेख के अपने मन विच लोभ नूं जन्म ना लैण दे, तृष्णालु बिरतियां नूं अपने अंदरों जन्म ना लैण दे। नहीं तो ये लोभ ये तृष्णालु बिरतियां तेन कोल ये बेईमानी वाले पासे तेनों लिजा सकदियां हन, तेनों ठगी तेनों चोरी वाले पासे लिजा सकदियां हन। क्योंकि लोभी बंदा ही ते रिश्वतां लैंदा है, लोभी बंदा ही ते दूजियां नाल धोखे करदा है, ठगियां मारदा है, लालची ते मनुख नूं चोरी वाले पासे लैके जाता है। संतोख थोड़ी मनुख नूं उस पासे लैके जाएगा। संतोख एक महान गुण है। ते बाबा फरीद जी कहते ने कि रुखी सुखी खाए कै ठंडा पानी पीओ, देख भराई चोपड़ी ना तरसाए जियो। अगे फिर कहते ने कि रोटी मेरी काठ की लावण मेरी भुख, जिद्दां खाधी चोपड़ी घने सहण के दुख। रोटी काट की तो भाव की है, रोटी काट की तो भाव है कि मेहनत करके जो प्राप्त हुई रोटी, सख्त मेहनत की। हुण वेखो रिक्शे वाला भी अपने परिवार को पालदा है, कितनी सख्त मेहनत है। गर्मी होवे सर्दी होवे, उन्हें रक्षा बेचारे ने सवेर तो लैके शाम तक चलाउणा है, उहदे वास्ते लक्कड़ दी रोटी चपण दे बराबर है। सादा मुरादा भोजन प्राप्त करने वास्ते सारा दिन खून पसीना अपना एक कर देता है, मेहनत करता है। इनू काठ की रोटी आखिया, ना कि बाबा फरीद साहब जी दे इन्हां बचनों तो आपां इह भाव लैना है कि बाबा फरीद जी खूह दे विच लटके हुए सन, भगती कर रहे सन, ते लक्कड़ की रोटी का टुकड़ा उन्होंने अपने गल विच पाया सी। जदों भुख सताउंदी सी ते उहनूं ओह चट मार दिंदे सन। इस करके उन्होंने बाणी विच लिख दिता, रोटी मेरी काट की लावण मेरी भुख। ना ना, इहदा अर्थ ये बिल्कुल नहीं है कि अपनी मेहनत हक हलाल की कमाई दे विचों प्रशादा छकना काट की रोटी छकण दे बराबर है। जिहड़ा खून पसीने की कमाई करके अपने बच्चों को खवा रहा ते आप खा रहा, वो काठ की रोटी हो छकता है। तो ये उदाहरण दी है बाबा फरीद साहब जी ने, रोटी मेरी काठ की लावण मेरी भुख, जिन्ना खाधी चोपड़ी घने सहण के दुख। जिन्हां दे अंदर संतोख वर्गा गुण नहीं सी, लोभ लालच तृष्णालु बिरतियां नाल अंदरों भरे हुए सन, ते उन्हां ने चोपड़ियां स्वादले पदार्थ छके, लोगों के हक मार मार के, लोगों नाल धोखे बेईमानियां करके। गुरु महाराज जी कहते हैं बाबा फरीद जी भी उन्होंने दुख, घने दुख, बहुत सारे दुखों का सामना करना पैंदा है। सो संतोख वर्गा गुण मनुख नूं लोभ लालच ठगियां बेईमानियां तो
ਇਹਨੂੰ ਦੂਜੇ ਹੋ ਕੇ ਹੱਥ ਕਰਨ ਤੋਂ ਇਹਨੂੰ ਰੋਕਦਾ ਹੈ। ਇਹਨੂੰ ਹੱਕ ਹਲਾਲ ਮਿਹਨਤ ਦੀ ਕਮਾਈ ਕਰਨ ਵਾਲਾ ਉੱਚੇ ਸੁੱਚੇ ਕਿਰਦਾਰ ਦਾ ਮਾਲਕ ਬਣਾਉਂਦਾ ਹੈ। ਸੰਤੋਖ ਵਰਗਾ ਗੁਣ। ਤੇ ਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਤੁਸੀਂ ਹੁਣੇ ਸੁਣ ਕੇ ਗਏ ਹੋ। ਆਪਾਂ ਕਈ ਵਾਰ ਇਹਨਾਂ ਸ਼ਬਦਾਂ ਨੂੰ ਜਦੋਂ ਸੰਤੋਖ ਦੀ ਵਿਆਖਿਆ ਕਰਦੇ ਹਾਂ ਤੇ ਪੜ੍ਹਦੇ ਹਾਂ, ਗੁਰੂ ਮਹਾਰਾਜ ਜੀ ਕਹਿੰਦੇ ਨੇ ਸੰਸਾਰ ਦੇ ਅੰਦਰ ਜੇ ਕੋਈ ਗਰੀਬਾਂ ਲੋੜਵੰਦਾਂ ਦੀ ਸੇਵਾ ਕਰਦਾ ਹੈ, ਜੇ ਕਿਸੇ ਗਰੀਬ ਦੀ ਕਿਸੇ ਨੇ ਮਦਦ ਕੀਤੀ ਹੈ ਤੇ ਸੰਤੋਖੀ ਬੰਦੇ ਨੇ ਮਦਦ ਕੀਤੀ ਹੈ। ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਤੇ ਆਇਆ, ਵੀ ਜਿਹਨੇ ਸੱਚ ਨਾਲ ਸਾਂਝ ਪਾ ਲਈ, ਸੰਤੋਖ ਵਰਗਾ ਸੱਚੇ ਦੇ ਗੁਣ ਗਾ ਕੇ ਇਹ ਗੁਣ ਪ੍ਰਾਪਤ ਕਰ ਲਿਆ, ਉਸ ਸੰਤੋਖੀ ਬੰਦੇ ਨੇ ਸਮਾਜ ਸੰਸਾਰ ਦੇ ਲੋਕਾਂ ਦਾ ਭਲਾ ਕੀਤਾ ਹੈ। ਨਹੀਂ ਤੇ ਜਿਸ ਬੰਦੇ ਦੇ ਅੰਦਰ ਸੰਤੋਖ ਨਹੀਂ ਨਾ, ਭਾਵੇਂ ਉਹਨੇ ਧਾਰਮਿਕ ਬਾਣਾ ਪਾਇਆ ਹੋਇਆ ਹੈ, ਭਾਵੇਂ ਸੱਜਣ ਵਾਂਗੂ ਉਹਨੇ ਧਰਮਸ਼ਾਲਾ ਖੋਲੀ ਹੋਈ ਹੈ, ਉਹ ਲੋਕਾਂ ਦੀ ਲੋੜਵੰਦਾਂ ਦੀ ਸੇਵਾ ਕਰਨ ਦਾ ਨਾਮ ਲੈ ਕਰਕੇ ਉਹ ਲੁੱਟੇਗਾ ਲੋਕਾਂ ਨੂੰ। ਮੈਂ ਕਈ ਵਾਰੀ ਉਦਾਹਰਨਾਂ ਦਿੰਦਾ ਹਾਂ ਵੀ ਉਹ 10 ਬੰਦਿਆਂ ਦੀ ਤਲੀ ਤੇ ਉਹ ਦਾਨ ਰੱਖੇਗਾ ਤੇ 100 ਬੰਦਿਆਂ ਦਾ ਦਾਨ ਪੈਸਾ ਇਕੱਠਾ ਕਰ ਲੈਂਦਾ। ਅੱਜ ਬੜੇ ਬੜੇ ਵੱਡੇ ਡੇਰੇ, ਬੜੇ ਬੜੇ ਵੱਡੇ ਬਾਬਿਆਂ ਦੇ ਜੋ ਡੇਰੇ ਹਨ, ਇਸੇ ਤਰ੍ਹਾਂ ਚੱਲ ਰਹੇ ਹਨ ਵੀ ਹਜ਼ਾਰਾਂ ਬੰਦਿਆਂ ਦੇ ਨਾਮ ਤੇ ਪੈਸਾ ਇਕੱਠਾ ਕਰ ਲਿਆ, 2-4 ਨੂੰ ਦੇ ਕੇ ਵੀਡੀਓ ਬਣਵਾ ਲਈਆਂ, ਅਹੇ ਜੀ ਬਾਬਾ ਜੀ ਬੜੀ ਲੋੜਵੰਦਾਂ ਦੀ ਸੇਵਾ ਕਰਦੇ ਆ। ਮੈਂ ਇਹ ਨਹੀਂ ਕਹਿ ਰਿਹਾ ਵੀ ਇਮਾਨਦਾਰ ਬਾਬੇ ਜਾਂ ਤਨੋਂ ਮਨੋਂ ਮਨੁੱਖਤਾ ਦੀ ਸੇਵਾ ਕਰਨ ਵਾਲੇ ਬਾਬੇ ਇਸ ਜਗਤ ਵਿੱਚ ਨਹੀਂ, ਉਹ ਵੀ ਹੈਣ, ਪਰ ਉਹ ਵਿਰਲੇ ਨੇ। ਹੈਣ ਵਿਰਲੇ ਨਾ ਹੀ ਘਣੇ ਫੈਲ ਫਕੜ ਸੰਸਾਰ, ਵਿਰਲੇ ਨੇ, ਬਹੁਤ ਘੱਟ ਨੇ, ਪਰ ਸੇਵਾ ਦੇ ਨਾਮ ਤੇ ਗਰੀਬਾਂ ਲੋੜਵੰਦਾਂ ਦੀ ਲੋੜ ਪੂਰੀ ਕਰਨ ਦੇ ਨਾਮ ਤੇ ਠੱਗ ਬਹੁਤੇ ਨੇ ਅੱਜ ਇਸ ਜਗਤ ਵਿੱਚ, ਇਸ ਸੰਸਾਰ ਦੇ ਵਿੱਚ, ਖਾਸ ਕਰਕੇ ਮੇਰੀ ਕੌਮ ਦੇ ਵਿੱਚ ਠੱਗ ਬੜੇ ਨੇ। ਹੁਣ ਬਾਬਾ ਜੀ ਨੇ ਇਹਨਾਂ ਜੋਗੀਆਂ ਦੀ ਇੱਕ ਧਾਰਮਿਕ ਜਮਾਤ ਹੈ ਤੇ ਇਹਨਾਂ ਨੂੰ ਸੰਤੋਖ ਦੀਆਂ ਮੁੰਦਰਾਂ ਪਹਿਨਣ ਵਾਸਤੇ ਕਿਉਂ ਕਿਹਾ? ਕਿਉਂਕਿ ਇਹਨਾਂ ਦੇ ਵਿੱਚ ਵੀ ਬਹੁਤ ਸਾਰਾ ਵਿਗਾੜ ਆ ਚੁੱਕਿਆ ਸੀ। ਧਾਰਮਿਕ ਖੇਤਰ ਦੇ ਵਿੱਚ ਰੱਬੀ ਗੁਣ ਪ੍ਰਗਟ ਕਰਕੇ, ਰੱਬੀ ਗੁਣਾਂ ਦਾ ਸ਼ਿੰਗਾਰ ਆਪਣੇ ਜੀਵਨ ਵਿੱਚ ਧਾਰਨ ਕਰਕੇ ਸੱਚਾ ਧਰਮ ਕਮਾਉਣ ਵਾਲੇ ਬਹੁਤ ਘੱਟ ਸਨ ਤੇ ਬਾਹਰਲੇ ਚਿੰਨ੍ਹ, ਧਾਰਮਿਕ ਚਿੰਨ੍ਹ ਧਾਰਨ ਕਰਕੇ, ਧਾਰਮਿਕ ਭੇਸ਼ ਧਾਰਨ ਕਰਕੇ ਲੋਕਾਂ ਨੂੰ ਲੁੱਟਣ ਵਾਲੇ ਬੜੇ ਸਨ, ਠੱਗ ਬੜੇ ਸਨ ਲੋਕ। ਇਸ ਕਰਕੇ ਗੁਰੂ ਪਾਤਸ਼ਾਹ ਜੀ ਜੋਗੀ ਪੁਰਸ਼ਾਂ ਨੂੰ ਕਹਿ ਰਹੇ ਨੇ ਕਿ ਮੁੰਦਾਂ ਮੈਂ ਵੀ ਪੈਂਦੀਆਂ ਨੇ, ਆ ਕੱਜ ਦੀਆਂ ਮੁੰਦਰਾਂ ਨੇ ਤੁਹਾਡਾ ਕੱਖ ਨਹੀਂ ਸਵਾਰਨਾ। ਕੰਨ ਨੂੰ ਪਾੜ ਕੇ ਦੁੱਖ ਦੇ ਕੇ ਤੁਸੀਂ ਇਹ ਕੱਜ ਦੀਆਂ ਮੁੰਦਰਾਂ ਪੈਂਦੀਆਂ ਨੇ, ਇਹਨਾਂ ਨਾਲ ਕੁਝ ਵੀ ਨਹੀਂ ਹਾਸਲ ਹੋਣਾ, ਨਾ ਰੱਬ ਦੀ ਪ੍ਰਾਪਤੀ ਹੋਣੀ ਆ। ਸੰਤੋਖ ਦੀਆਂ ਮੁੰਦਰਾਂ ਪਹਿਨੋ। ਹੁਣ ਸਿੱਖ ਆਖੇਗਾ ਵੀ ਇਹ ਤੇ ਜੋਗੀ ਨੂੰ ਸੰਤੋਖ ਦੀਆਂ ਮੁੰਦਰਾਂ ਗੁਰੂ ਜੀ ਪਵਾ ਰਹੇ ਨੇ, ਜੋਗੀ ਨੂੰ ਵਧੇਰੇ ਲੋੜ ਹੈ ਸੰਤੋਖ ਦੀ, ਮੇਰੇ ਨਾਲ ਥੋੜੀ ਇਸ ਕੋਈ ਸ਼ਬਦ ਦਾ ਸੰਬੰਧ ਹੈ। ਨਹੀਂ ਜੀ, ਸੰਤੋਖ ਰੱਬੀ ਗੁਣ ਹੈ ਤੇ ਸੰਤੋਖ ਵਰਗਾ ਗੁਣ ਹਰ ਇੱਕ ਇਨਸਾਨ ਨੂੰ ਚਾਹੀਦਾ, ਭਾਵੇਂ ਉਹ ਜੈਨੀ ਹੋਵੇ, ਭਾਵੇਂ ਉਹ ਬੋਧੀ ਹੋਵੇ, ਭਾਵੇਂ ਉਹ ਮੁਸਲਮਾਨ ਵੀਰ ਹੋਵੇ, ਭਾਵੇਂ ਹਿੰਦੂ ਵੀਰ ਹੋਵੇ, ਭਾਵੇਂ ਸਿੱਖ ਹੋਵੇ, ਭਾਵੇਂ ਜੋਗੀ ਹੋਵੇ। ਰੱਬੀ ਗੁਣ ਤੇ ਸਾਰਿਆਂ ਨੂੰ ਚਾਹੀਦੇ ਆ ਨਾ ਜੀਵਨ ਨੂੰ ਸੋਹਣਾ ਬਣਾਉਣ ਵਾਸਤੇ, ਰੱਬ ਜੀ ਦੇ ਵਿੱਚ ਅਭੇਦਤਾ ਹਾਸਲ ਕਰਨ ਵਾਸਤੇ। ਹੁਣ ਸਨਮੁਖ ਜੋਗੀ ਨੇ, ਜੋਗੀਆਂ ਦੇ ਨਾਲ ਵਿਚਾਰ ਚੱਲ ਰਹੀ ਹੈ ਤੇ ਜੋਗੀਆਂ ਦੇ ਜਿਹੜੇ ਚਿੰਨ੍ਹ ਹਨ ਉਹਨਾਂ ਨੂੰ ਗੁਰੂ ਮਹਾਰਾਜ ਜੀ ਆਧਾਰ ਬਣਾ ਕੇ ਉਹਨਾਂ ਨੂੰ ਸੱਚ ਦਾ ਉਪਦੇਸ਼ ਦੇ ਰਹੇ ਨੇ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਇਹ ਸੰਤੋਖ ਦੀਆਂ ਮੁੰਦਰਾਂ ਧਾਰਨ ਕਰੋ। ਮੁੰਦਾ ਸੰਤੋਖ ਸਰਬ ਪਤ ਝੋਲੀ। ਫਿਰ ਅੱਗੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਤੁਸੀਂ ਖੱਪਰ ਹੱਥ ਵਿੱਚ ਫੜਿਆ ਨਾ, ਖੱਪਰ ਦੇ ਨਾਲ ਤੁਸੀਂ ਲੋਕਾਂ ਦੇ ਘਰ ਘਰ ਦੇ ਵਿੱਚ ਭਿਖਿਆ ਮੰਗਦੇ ਹੋ ਤੇ ਉਸ ਖੱਪਰ ਵਿੱਚ ਜਦੋਂ ਭਿਖਿਆ ਪੈਂਦੀ ਹੈ ਤੇ ਝੋਲੀ ਵਿੱਚ ਪਾ ਲੈਂਦੇ ਹੋ, ਤੁਹਾਡੇ ਕੋਲ ਝੋਲਾ ਹੁੰਦਾ। ਗੁਰੂ ਮਹਾਰਾਜ ਜੀ ਕਹਿੰਦੇ ਨੇ ਮਿਹਨਤ ਦਾ ਖੱਪਰ ਤੇ ਮਿਹਨਤ ਦੀ ਝੋਲੀ ਬਣਾਓ। ਲੋਕਾਂ ਦੇ ਘਰਾਂ ਵਿੱਚ ਜਾ ਕਰਕੇ, ਲੋਕਾਂ ਦੇ ਬੂਹੇ ਖੜਕਾ ਕਰਕੇ ਹੱਥ ਨਾ ਅੱਡੋ। ਮਿਹਨਤ ਕਰਨ ਵਾਲਾ, ਕਿਰਤ ਕਰਨ ਵਾਲਾ ਆਪਣਾ ਸਿਰ ਉੱਚਾ ਕਰਕੇ ਸੰਸਾਰ ਦੇ ਵਿੱਚ ਤੁਰਦਾ ਹੈ, ਉਹਦੇ ਕੋਲ ਸਵੈਮਾਨ ਹੁੰਦਾ ਹੈ। ਉਸ ਬੰਦੇ ਦਾ ਅਸੀਂ ਆਦਰ ਕਰਦੇ ਹਾਂ ਜਿਹੜਾ ਬੰਦਾ ਆਪਣੀ ਹੱਕ ਹਲਾਲ ਮਿਹਨਤ ਦੀ ਕਮਾਈ ਕਰਕੇ ਆਪਣੇ ਆਪ ਨੂੰ ਤੇ ਟੱਬਰ ਨੂੰ ਪਾਲ ਰਿਹਾ ਹੈ। ਗੁਰੂ ਪਾਤਸ਼ਾਹ ਜੀ ਨੇ ਕਿਰਤੀਆਂ ਨੂੰ ਬੜਾ ਮਾਣ ਦਿੱਤਾ ਹੈ।
ਹੁਣ ਭਾਈ ਲਾਲੋ ਜੀ ਵਰਗੇ ਕਿਰਤੀ ਨੇ ਤੇ ਭਾਈ ਲਾਲੋ ਜੀ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬਿਲਕੁਲ ਨਹੀਂ ਬੁਲਾਉਂਦੇ ਆਪਣੇ ਘਰ ਦੇ ਵਿੱਚ। ਅੱਜ ਕਿਸੇ ਨੇ ਆ ਕਰਕੇ ਬੂਹਾ ਖੜਕਾਇਆ, ਭਾਈ ਲਾਲੋ ਦਰਵਾਜ਼ਾ ਖੋਲ, ਆਵਾਜ਼ ਨਾ ਅੰਦਰ ਸੁਣਾਈ ਦਿੱਤੀ। ਫਿਰ ਜ਼ੋਰ ਦੀ ਆਵਾਜ਼ ਮਾਰੀ, ਭਾਈ ਲਾਲੋ ਬੂਹਾ ਖੋਲ। ਜਦੋਂ ਬੂਹਾ ਖੋਲਿਆ ਤੇ ਭਾਈ ਲਾਲੋ ਜੀ ਹੈਰਾਨ, ਅੱਜ ਭਾਈ ਮਰਦਾਨਾ ਦੀ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮੇਰੇ ਘਰ ਦੇ ਬੂਹੇ ਦੇ ਅੱਗੇ ਖਲੋਤੇ ਨੇ। ਚਾਉ ਚੜ ਗਿਆ ਤੇ ਗੁਰੂ ਪਾਤਸ਼ਾਹ ਜੀ 2-3 ਦਿਨ ਭਾਈ ਲਾਲੋ ਜੀ ਦੇ ਘਰ ਵਿੱਚ ਰੁਕੇ। ਉਹਨਾਂ ਦੀ ਰੁੱਖੀ ਮਿੱਸੀ ਜੋ ਵੀ ਪ੍ਰਸ਼ਾਦਾ ਪਾਣੀ ਖਾ ਕੇ ਬੜੀਆਂ ਸੀਸਾਂ ਦਿੱਤੀਆਂ। ਦੂਜੇ ਪਾਸੇ ਦੂਜਿਆਂ ਦਾ ਹੱਕ ਮਾਰ ਕੇ, ਦੂਜਿਆਂ ਦੀ ਖੂਨ ਪਸੀਨੇ ਦੀ ਕਮਾਈ ਆਪਣੇ ਕਬਜ਼ੇ ਵਿੱਚ ਕਰਨ ਵਾਲਾ ਮਲਕ ਭਾਗੋ 3 ਵਾਰੀ ਆਪਣਾ ਮੁਰੀਦ, ਆਪਣਾ ਅਹਿਲਕਾਰ ਭੇਜਦਾ ਹੈ ਵੀ ਗੁਰੂ ਨਾਨਕ ਨੂੰ ਆਖੋ ਮੇਰੇ ਬ੍ਰਹਮ ਭੋਜ ਵਿੱਚ ਹਿੱਸਾ ਪਾਵੇ, ਮੇਰਾ ਬ੍ਰਹਮ ਭੋਜ ਸੰਪੂਰਨ ਹੋਵੇ। ਇਹ ਵੀ ਉਹਨੂੰ ਗੁੱਸਾ ਹੈ ਵੀ ਇੱਕ ਗਰੀਬੜੇ ਜੇ, ਇੱਕ ਸ਼ੂਦਰ ਜੇ ਲਾਲੋ ਦੇ ਘਰ ਵਿੱਚ ਨਾਨਕ ਕਿਉਂ ਚਲਿਆ ਗਿਆ ਖੱਤਰੀ ਹੋ ਕਰਕੇ, ਮੇਰੇ ਬ੍ਰਹਮ ਭੋਜ ਵਿੱਚ ਕਿਉਂ ਨਹੀਂ ਸ਼ਾਮਲ ਹੋ ਰਿਹਾ। ਵਾਕਈ ਗੁਰੂ ਨਾਨਕ ਦੇਵ ਮਹਾਰਾਜ ਜੀ ਨਹੀਂ ਸੀ ਸ਼ਾਮਲ ਹੋਏ। ਜੇ ਸ਼ਾਮਲ ਹੋਏ ਨੇ ਬ੍ਰਹਮ ਭੋਜ ਨੂੰ ਛਕਣ ਵਾਸਤੇ ਸ਼ਾਮਲ ਨਹੀਂ ਹੋਏ, ਉਹਨੂੰ ਉਹਦੀ ਅਸਲੀਅਤ ਦਾ ਪਾਠ, ਉਹਨੂੰ ਸੱਚੇ ਸੁੱਚੇ ਜੀਵਨ ਦਾ ਪਾਠ ਪੜਾਉਣ ਵਾਸਤੇ ਉਹਦੇ ਸਨਮੁਖ ਹੋਏ ਨੇ ਤੇ ਉਹਨੂੰ ਸੱਚੀ ਸੁੱਚੀ ਕਿਰਤ ਕਰਨ ਵਾਲੇ ਪਾਸੇ ਲਾਇਆ ਮਲਕ ਭਾਗੋ ਨੂੰ। ਤੇ ਸੱਚ ਜਾਣਿਓ ਭਾਈ ਲਾਲੋ ਜੀ ਦੀ ਕਿਰਤ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣੇ ਘਰ ਦੇ ਵਿੱਚ ਖਿੱਚ ਲਿਆਈ ਹੈ। ਤੇ ਅੱਜ ਉਸ ਸਿੱਖ ਦੇ ਦਰਵਾਜ਼ੇ ਅੱਗੇ ਗੁਰੂ ਨਾਨਕ ਖੜਿਆ ਹੋਵੇਗਾ, ਖਲੋਤਾ ਹੋਵੇਗਾ, ਜਾਂ ਉਹਦੇ ਉੱਤੇ ਗੁਰੂ ਨਾਨਕ ਦੀਆਂ ਅਸੀਸਾਂ ਭਰਿਆ, ਰਹਿਮਤ ਭਰਿਆ ਹੱਥ ਹੋਵੇਗਾ, ਜਿਹੜਾ ਹੱਕ ਹਲਾਲ ਮਿਹਨਤ ਦੀ ਸੱਚੀ ਸੁੱਚੀ ਕਿਰਤ ਕਰਦਾ ਹੈ। ਜੋ ਮਲਕ ਭਾਗੋ ਵਾਂਗੂ ਦੂਜਿਆਂ ਦੀ ਕਮਾਈ ਦੇ ਉੱਤੇ ਪਲਦਾ ਪਿਆ, ਉਹਦੇ ਵਿੱਚੋਂ ਅਗਰ ਗੁਰੂ ਨਾਨਕ ਦੇ ਘਰ ਵਿੱਚ ਵੀ ਦਾਨ ਕਰਨ ਦੀਆਂ ਕੋਸ਼ਿਸ਼ਾਂ ਕਰਦਾ ਹੈ, ਗੁਰੂ ਨਾਨਕ ਨੂੰ ਉਹਦਾ ਦਾਨ ਪ੍ਰਵਾਨ ਨਹੀਂ ਜੀ ਹੋਵੇਗਾ। ਗੁਰੂ ਨਾਨਕ ਤੇ ਕਿਰਤੀਆਂ ਨੂੰ, ਹੱਕ ਹਲਾਲ ਮਿਹਨਤ ਦੀ ਕਮਾਈ ਕਰਨ ਵਾਲਿਆਂ ਨੂੰ ਗੱਲ ਨਾਲ ਲਾਉਂਦਾ ਹੈ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋਗੀਓ, ਪਹਿਲਾ ਗੁਣ ਜਿਹੜਾ ਹੈ ਮੁੰਦਰਾਂ ਸੰਤੋਖ ਦੀਆਂ ਧਾਰਨ ਕਰੋ। ਫਿਰ ਦੂਜਾ ਗੁਣ ਜਿਹੜਾ ਹੈ ਮਿਹਨਤ ਕਰੋ, ਦੂਜਿਆਂ ਦੇ ਉੱਤੇ ਬੋਝ ਨਾ ਬਣੋ, ਆਪਣੇ ਹੱਥੀ ਆਪ ਮਿਹਨਤ ਕਰਕੇ ਆਪਣੇ ਆਪ ਨੂੰ ਪਾਲੋ, ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣਾ ਕਰੋ। ਤੇ ਕਹਿੰਦੇ ਨੇ ਧਿਆਨ ਕੀ ਕਰੇ ਵਿਭੂਤ। ਫਿਰ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਧਿਆਨ ਜੋੜਨਾ, ਰੱਬੀ ਗੁਣਾਂ ਦੇ ਵਿੱਚ ਸੁਰਤ ਜੋੜਨੀ। ਕਹਿੰਦੇ ਨੇ ਇਹ ਭਭੂਤੀ ਲਾਣੀ ਆ। ਆਹ ਜਿਹੜੀ ਭਭੂਤੀ ਤੁਸੀਂ ਲਾਈ ਹੈ, ਇਹ ਤਾਂ ਤੁਹਾਡੇ ਤਨ ਨੂੰ ਵੀ ਮੈਲਾ ਕਰੀ ਤੁਰੀ ਜਾਂਦੀ ਆ, ਪਰ ਰੱਬ ਜੀ ਦੇ ਚਰਨਾਂ ਵਿੱਚ ਜੋੜਿਆ ਹੋਇਆ ਧਿਆਨ ਤੁਹਾਡੀਆਂ ਅੰਦਰ ਦੀਆਂ ਜਨਮਾਂ ਜਨਮਾਂਤਰਾਂ ਦੀਆਂ ਮੈਲਾਂ ਨੂੰ ਖਤਮ ਕਰ ਦੇਵੇਗਾ, ਤੁਹਾਡੇ ਅੰਦਰ ਨੂੰ ਪਾਕ ਤੇ ਪਵਿੱਤਰ ਕਰ ਦੇਵੇਗਾ, ਅੰਦਰ ਨੂੰ ਧੋ ਕੇ ਰੱਖ ਦੇਵੇਗਾ। ਗੁਰੂ ਮਹਾਰਾਜ ਜੀ ਨੇ ਆਖਿਆ ਵੀ ਜਦੋਂ ਨਾਮ ਦੀ ਦਾਤ, ਜਦੋਂ ਰੱਬੀ ਗੁਣਾਂ ਦਾ ਧਿਆਨ ਆਪਣੇ ਅੰਦਰ ਲੈ ਕੇ ਜਾਓਗੇ, ਕਿਉਂਕਿ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਮੇ ਕਹਿ ਰਾਂ। ਤੇ ਗੁਰੂ ਪਾਤਸ਼ਾਹ ਜੀ ਅੱਗੇ ਕਹਿੰਦੇ ਨੇ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ। ਕਹਿੰਦੇ ਨੇ ਮੌਤ ਨੂੰ ਹਰ ਵਕਤ ਚੇਤੇ ਰੱਖਣਾ। ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਤੁਸੀਂ ਪੜ੍ਹੋ, ਮੌਤ ਨੂੰ ਵਾਰ-ਵਾਰ ਚੇਤੇ ਕਰਾਇਆ। ਇਹਦਾ ਭਾਵ ਇਹ ਨਹੀਂ ਕਿ ਗੁਰੂ ਪਾਤਸ਼ਾਹ ਜੀ ਮੌਤ ਨੂੰ ਚੇਤੇ ਕਰਾ ਕਰਕੇ ਤੁਹਾਨੂੰ ਡਰਾਵਾ ਦੇ ਰਹੇ ਨੇ, ਮੌਤ ਤੋਂ ਤੁਹਾਡੇ ਅੰਦਰ ਕੋਈ ਸ਼ਹਿਮ ਪੈਦਾ ਕਰ ਰਹੇ। ਮੌਤ ਇਸ ਕਰਕੇ ਚੇਤੇ ਕਰਾਈ ਗਈ ਹੈ, ਭਾਈ ਤੂੰ ਇਹਨਾਂ ਪਦਾਰਥਾਂ ਦੇ ਖਾਤਰ ਲੋਕਾਂ ਨਾਲ ਲੜ ਰਿਹਾ ਹੈ, ਝਗੜ ਰਿਹਾ ਹੈ, ਭਰਾ ਨਾਲ ਧੋਖਾ ਕਰਦਾ ਪਿਆ ਹੈ, ਬਾਹਰ ਦਿਆਂ ਦੇ ਨਾਲ ਧੋਖਾ ਕਰਦਾ ਪਿਆ, ਇਸ ਜ਼ਮੀਨ ਦੇ ਵਾਸਤੇ ਤੂੰ ਕਤਲ ਤੱਕ ਕਰ ਦੇਣਾ ਹੈ। ਇਹ ਮੌਤ ਨੇ ਇੱਕ ਦਿਨ ਤੈਨੂੰ ਲੈ ਜਾਣਾ ਵਾ, ਜ਼ਮੀਨ ਵੀ ਇੱਥੇ ਰਹਿ ਜਾਣੀ ਹੈ, ਧਨ ਵੀ ਇੱਥੇ ਰਹਿ ਜਾਣਾ ਹੈ, ਘਰ ਵੀ ਇੱਥੇ ਰਹਿ ਜਾਣਾ ਹੈ, ਸੋਨਾ ਚਾਂਦੀ ਸਭ ਕੁਝ ਇੱਥੇ ਰਹਿ ਜਾਣਾ ਹੈ। ਇਸ ਕਰਕੇ ਮੌਤ ਨੂੰ ਚੇਤੇ ਕਰ, ਤਾਂ ਕਿ ਤੇਰੀ ਪਦਾਰਥਾਂ ਦੇ ਪ੍ਰਤੀ, ਤੇਰੀ ਜ਼ਮੀਨ ਜਾਇਦਾਦ ਦੇ ਪ੍ਰਤੀ, ਤੇਰੀ ਧਨ ਦੌਲਤ ਦੇ ਪ੍ਰਤੀ ਜਿਹੜੀ ਮੋਹ ਦੀ ਪਕੜ ਹੈ ਨਾ, ਉਹ ਘੱਟ ਹੋ ਸਕੇ। ਤੂੰ ਇਹਨਾਂ ਪਦਾਰਥਾਂ ਤੇ, ਇਸ ਧਨ ਦੌਲਤ, ਇਹਨਾਂ ਦੇ ਮੋਹ ਵਿੱਚ ਖਚਤ ਹੋ ਕੇ ਕਿਸੇ ਦਾ ਕਤਲ ਨਾ ਕਰੇ, ਕਿਸੇ ਨਾਲ ਧੋਖਾ ਨਾ ਕਰੇ, ਕਿਸੇ ਨਾਲ ਬੇਈਮਾਨੀ ਨਾ ਕਰੇ। ਇਸ ਕਰਕੇ ਮੌਤ ਚੇਤੇ ਕਰਾਈ ਗਈ ਹੈ। ਆਈ ਤੇ ਆਖਿਆ ਸੀ ਬਾਬਾ ਕਬੀਰ ਸਾਹਿਬ ਜੀ ਨੇ, ਕਬੀਰ ਕੌਡੀ ਕੌਡੀ ਜੋਰ ਕਹਿ
ਜੋਰੇ ਲਾਗ ਪਰੋਰ, ਕਿ ਕੌਡੀਆਂ ਕੌਡੀਆਂ ਇਕੱਠੀਆਂ ਕਰਕੇ ਬੰਦੇ ਨੇ ਲੱਖਾਂ ਕਰੋੜਾਂ ਜੋੜ ਲੈ। ਚਲਤੀ ਬਾਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ। ਤੇ ਧਨ ਨੂੰ ਬਹੁਤਾ ਪਿਆਰ ਕਰਨ ਵਾਲੇ, ਜਿਨ੍ਹਾਂ ਨੂੰ ਆਪਣੇ ਪੁੱਤਰਾਂ ਧੀਆਂ ਆਪਣੀ ਪਤਨੀ ਤੇ ਵੀ ਭਰੋਸਾ ਨਹੀਂ ਸੀ, ਉਹਨਾਂ ਜਿੰਨਾ ਵੀ ਧਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਮਾਉਂਦੇ ਸਨ, ਉਦੋਂ ਸਿੱਕੇ ਚੱਲਦੇ ਸਨ। ਬਾਬਾ ਕਬੀਰ ਸਾਹਿਬ ਜੀ ਦੇ ਵੇਲੇ ਕਾਗਜ਼ ਦੇ ਨੋਟ ਬੜੇ ਘੱਟ ਸਨ ਉਦੋਂ, ਤੇ ਉਹਨਾਂ ਨੇ ਆਪਣਾ ਪਜਾਮਾ ਜਿਹੜਾ ਸੀ ਨਾ, ਧੋਤੀ ਜਿਹੜੀ, ਉਹਦਾ ਨੇਫਾ ਬੜਾ ਖੁੱਲਾ ਬਣਾਇਆ ਹੁੰਦਾ ਸੀ, ਤੇ ਉਸ ਨੇਫੇ ਵਿੱਚ ਪਾਈ ਜਾਂਦੇ ਸਨ, ਆਪਣੇ ਘੁੱਟ ਕੇ ਨਾਲ ਬੰਨ੍ਹ ਕੇ ਰੱਖਣੇ ਪੈਸੇ, ਉਹਨੂੰ ਕਹਿੰਦੇ ਲੰਗੋਟੀ। ਤੇ ਕਈ ਵਾਰੀ ਹਿਸਾਬ ਕਰਦਾ ਕਰਦਾ ਬੰਦਾ, ਦੁਕਾਨ ਤੇ ਬੈਠਾ ਬੈਠਾ ਬੰਦਾ, ਧੋਤੀ ਤੇ ਪੈਂਦੀ ਸੀ, ਪੈਸੇ ਉਹਦੇ ਅੰਦਰ ਸੀ, ਉੱਥੇ ਚੜਾਈ ਕਰ ਜਾਂਦਾ ਸੀ। ਤੇ ਸਭ ਤੋਂ ਪਹਿਲਾਂ ਜਦੋਂ ਉਹਨੂੰ ਸੰਸਕਾਰ ਵਾਸਤੇ ਲਿਜਾਇਆ ਜਾਣਾ ਨਾ, ਉਹਨੂੰ ਨਵਾਇਆ ਧਵਾਇਆ ਜਾਣਾ, ਸਭ ਤੋਂ ਪਹਿਲਾਂ ਉਹਦੀ ਧੋਤੀ ਖੋਲੀ ਜਾਂਦੀ ਸੀ ਵੀ ਉਹਦੇ ਵਿੱਚ ਕਿੰਨਾ ਕੁ ਪੈਸਾ ਹੈ। ਤੇ ਬਾਬਾ ਕਬੀਰ ਸਾਹਿਬ ਜੀ ਮਨੁੱਖ ਦੀ ਇਸ ਅਸਲੀਅਤ ਨੂੰ, ਸੰਸਾਰ ਦੀ ਇਸ ਅਸਲੀਅਤ ਨੂੰ ਬਿਆਨ ਕਰਕੇ ਦੱਸ ਰਹੇ ਨੇ, ਕਿ ਕਹਿ ਰਹੇ ਨੇ ਵੀ ਕੌਡੀ ਕੌਡੀ ਜੋਰ ਕੇ ਜੋਰੇ ਲਾਖ ਕਰੋੜ, ਚਲਤੀ ਬਾਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ। ਉਹਦੀ ਲੰਗੋਟੀ ਵੀ ਫੋੜ ਲਈ ਗਈ, ਇੱਕ ਵੀ ਰੁਪਈਆ ਉਹਦੇ ਨਾਲ ਨਾ ਗਿਆ। ਜਿਹੜਾ ਰੁਪਈਏ ਪਿੱਛੇ ਮਰਦਾ ਰਿਹਾ, ਆਪਣਿਆਂ ਤੇ ਵੀ ਭਰੋਸਾ ਨਾ ਕਰ ਸਕਿਆ, ਆਪਣਿਆਂ ਨਾਲ ਵੀ ਨਿੱਕੀਆਂ ਨਿੱਕੀਆਂ ਗੱਲਾਂ ਤੇ ਝਗੜਦਾ ਰਿਹਾ, ਆਪਣਿਆਂ ਨੂੰ ਵੀ ਉਸ ਮਾਇਆ ਦੇ ਨਾਲ ਸੁੱਖ ਨਾ ਦੇ ਸਕਿਆ, ਕੰਜੂਸ ਇੰਨਾ ਸੀ। ਤੇ ਕਹਿੰਦੇ ਨੇ ਅੱਜ ਉਹਦੇ ਨਾਲੋਂ ਉਹ ਲੰਗੋਟੀ ਖੋਲ ਲਈ ਗਈ, ਸਾਰਾ ਕੁਝ ਇੱਥੇ ਛੱਡ ਕੇ ਚਲਿਆ ਗਿਆ। ਇਸ ਕਰਕੇ ਮੌਤ ਚੇਤੇ ਕਰਾਈ ਗਈ ਹੈ ਵੀ ਜਿਨ੍ਹਾਂ ਚੀਜ਼ਾਂ ਦੇ ਵਿੱਚ ਤੂੰ ਖੱਜਤ ਹੋ ਕੇ ਸੱਚ ਦਾ ਰਾਹ, ਉਹਦੇ ਉੱਤੇ ਤੁਰਨਾ ਭੁੱਲ ਗਿਆ ਵਾ, ਰੱਬੀ ਗੁਣ ਇਹਨਾਂ ਨੂੰ ਜ਼ਿੰਦਗੀ ਵਿੱਚ ਜਿਉਣਾ ਭੁੱਲ ਗਿਆ ਵਾ, ਵਿਸਾਰ ਦਿੱਤਾ ਚੰਗਿਆਈ ਨੂੰ, ਧੋਖੇ ਵਾਲਾ ਬੇਈਮਾਨੀ ਵਾਲਾ ਰਸਤਾ ਤੂੰ ਪਕੜ ਲਿਆ ਹੈ। ਤੇ ਕਹਿੰਦੇ ਨੇ ਇਹ ਮੌਤ ਨੂੰ ਚੇਤੇ ਕਰੇਗਾ ਤੇ ਸ਼ਾਇਦ ਤੇਰੇ ਜੀਵਨ ਵਿੱਚ ਕਿਤੇ ਸੁਧਾਰ ਆ ਸਕੇ, ਤੇਰੇ ਜੀਵਨ ਵਿੱਚ ਕਿਤੇ ਸਚਾਈ, ਸੰਤੋਖ, ਸਬਰ ਵਰਗਾ ਗੁਣ ਆ ਸਕੇ। ਬੰਦਾ ਕਈ ਵਾਰੀ ਕਹਿ ਵੀ ਦਿੰਦਾ ਹੈ ਕਿ ਨਾਲ ਤੇ ਕੁਝ ਨਹੀਂ ਜਾਣਾ, ਇੱਥੇ ਸਭ ਕੁਝ ਛੱਡ ਜਾਣਾ ਹੈ, ਫਿਰ ਵੀ ਪਕੜ ਬਣਾਈ ਰੱਖਦਾ ਹੈ, ਫਿਰ ਵੀ ਠਗੀਆਂ ਬੇਈਮਾਨੀਆਂ ਉਸੇ ਤਰ੍ਹਾਂ ਚੱਲਦੀਆਂ ਨੇ। ਇਹ ਤੇ ਗੁਰੂ ਮਿਹਰ ਕਰੇ, ਗੁਰੂ ਬਖਸ਼ਿਸ਼ ਕਰੇ, ਮਨੁੱਖ ਦੇ ਅੰਦਰ ਸੰਤੋਖ ਦੀਆਂ ਮੁੰਦਰਾਂ ਆ ਕੇ ਟਿਕ ਜਾਣ ਤੇ ਮਨੁੱਖ ਰੱਬੀ ਗੁਣਾਂ ਦਾ ਧਿਆਨ ਇਹਦੀ ਭਪੂਤ ਕਿਤੇ ਲਾ ਲਵੇ, ਕਿਤੇ ਮੌਤ ਨੂੰ ਹਰ ਵਕਤ ਕਿਤੇ ਕਰਨ ਵਾਲਾ ਬਣ ਜਾਏ। ਇਹ ਅਹਿਸਾਸ ਦੇ, ਇਹ ਮਨ ਦੇ ਵਿੱਚ ਅਹਿਸਾਸ ਹੋ ਜਾਏ ਵੀ ਇੱਥੇ ਸਭ ਕੁਝ ਛੱਡ ਕੇ ਇਸ ਸੰਸਾਰ ਦੇ ਵਿੱਚੋਂ ਚਲੇ ਜਾਣਾ, ਤਨ ਵੀ ਇੱਥੇ ਰਹਿ ਜਾਣਾ। ਜਿਵੇਂ ਅਹਿਸਾਸ ਹੋ ਗਿਆ ਸੀ ਦੁਨੀ ਚੰਦ ਸੇਠ ਨੂੰ ਵੀ ਜੋ ਮੈਂ 7 ਲੱਖ ਰੁਪਈਆ ਇਕੱਠਾ ਕੀਤਾ ਹੈ, ਝੰਡੇ ਲਾਏ ਨੇ, ਇਹ ਤੇ ਤਨ ਵੀ ਇੱਥੇ ਨਹੀਂ ਰਹਿਣਾ, ਤੇ ਸੂਈ ਕਿਵੇਂ ਗੁਰੂ ਨਾਨਕ ਦੀ ਮੈਂ ਉੱਥੇ ਦਵਾਂਗਾ। ਸੂਈ ਨੇ ਬੜਾ ਵੱਡਾ ਕੰਮ ਕਰ ਦਿੱਤਾ। ਹੁਣ ਸੂਈ ਜਿਹੜੀ ਹੈ ਉਹ ਕੱਪੜੇ ਨੂੰ ਸੀਣ ਦਾ ਕੰਮ ਕਰਦੀ ਹੈ, ਤੇ ਦੁਨੀ ਚੰਦ ਜਿਹੜਾ ਪਰਮਾਤਮਾ ਦੇ ਨਾਲ ਟੁੱਟਿਆ ਹੋਇਆ ਸੀ ਨਾ, ਲੋਕਾਂ ਨਾਲ ਧੱਕਾ ਕਰ ਰਿਹਾ ਸੀ, ਉਹਦਾ ਮਨ ਸੀ ਕੇ ਰੱਖ ਦਿੱਤਾ ਗੁਰੂ ਮਹਾਰਾਜ ਜੀ ਨੇ। ਵਾਕਈ ਸੂਈ ਨਾਲ ਨਹੀਂ ਜਾਣੀ, ਜੇ ਸੂਈ ਨਾਲ ਨਹੀਂ ਜਾਣੀ ਤੇ ਫਿਰ ਇੰਨਾ ਰੁਪਈਆ ਲੋਕਾਂ ਦਾ ਹੱਕ ਮਾਰ ਮਾਰ ਕੇ ਇਕੱਠਾ ਕੀਤਾ ਹੀ, ਇਹ ਕਿਹੜਾ ਤੇਰੇ ਨਾਲ ਚਲੇ ਜਾਣਾ। ਉਹਨੂੰ ਅਹਿਸਾਸ ਹੋ ਗਿਆ, ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਢਹਿ ਪਿਆ। ਠੱਗੀ ਬੇਈਮਾਨੀ ਨਾਲ ਜੋੜੀ ਹੋਈ ਦੌਲਤ ਉਹਨਾਂ ਗਰੀਬਾਂ ਲੋੜਵੰਦਾਂ ਵਿੱਚ ਵੰਡ ਕੇ ਕਿਰਤੀ ਬਣ ਗਿਆ। ਸੋ ਅਹਿਸਾਸ ਹੋ ਜਾਏ ਤੇ ਜੀਵਨ ਜਿਹੜਾ ਹੈ ਸਫਲ ਹੋ ਸਕਦਾ ਹੈ। ਅਜੇ ਤੇ ਅਸੀਂ ਸ਼ਬਦ ਪੜ੍ਹ ਰਹੇ ਹਾਂ, ਪਰ ਜਦੋਂ ਸ਼ਬਦਾਂ ਦਾ ਅਹਿਸਾਸ ਆਪਣੀ ਜ਼ਿੰਦਗੀ ਵਿੱਚ ਆ ਗਿਆ, ਜੀਵਨ ਨੇ ਤਬਦੀਲ ਉਸ ਦਿਨ ਹੋਣਾ ਹੈ। ਤੇ ਗੁਰੂ ਪਾਤਸ਼ਾਹ ਜੀ ਜੋਗੀਆਂ ਨੂੰ ਕਹਿ ਰਹੇ ਨੇ ਵੀ ਮੰਦਾ ਸੰਤੋਖ ਸਰਮ ਪਦ ਝੋੜੀ, ਧਿਆਨ ਕੀ ਕਰੇਂਗੇ ਭੂਤ, ਚਿੰਤਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਕਹਿੰਦੇ ਨੇ ਮੌਤ ਨੂੰ, ਮੌਤ ਦਾ ਭੈ, ਮੌਤ ਨੂੰ ਹਰ ਵਕਤ ਚੇਤੇ ਰੱਖਣਾ। ਫਿਰ ਕਹਿੰਦੇ ਨੇ ਕੁਵਾਰੀ ਕਾਇਆ, ਵਿਸ਼ੇ ਵਿਕਾਰਾਂ ਵੱਲੋਂ ਆਪਣੀ ਇਸ ਕਾਇਆ ਨੂੰ, ਸਰੀਰ ਨੂੰ ਬਚਾ ਕੇ ਰੱਖਣਾ। ਭਾਵ ਕੁਵਾਰਾ ਡੋਲਾ, ਕੁਵਾਰਾ ਇੱਕ ਪੰਜਾਬੀ ਸ਼ਬਦ ਹੈ। ਕੁਵਾਰਾ ਸ਼ਬਦ ਉਸ ਵਾਸਤੇ ਵਰਤਿਆ ਜਾਂਦਾ ਹੈ, ਭਾਵੇਂ ਇਸਤਰੀ ਹੋਵੇ ਤੇ ਭਾਵੇਂ ਮਰਦ ਹੋਵੇ, ਵੀ ਜਿਹੜਾ ਅਜੇ ਵਿਆਹ ਦੇ ਬੰਧਨ ਵਿੱਚ ਨਹੀਂ ਬੱਝਿਆ, ਜਿਹਨੇ ਆਪਣੇ ਪਤੀ ਨਾਲ ਜਾਂ ਆਪਣੀ ਪਤਨੀ ਨਾਲ ਸੰਬੰਧ ਨਹੀਂ ਬਣਾਇਆ। ਭਾਵ ਅਜੇ ਕਾਮ ਤੋਂ, ਅਜੇ ਵਿਸ਼ਿਆਂ ਤੋਂ ਬਿਲਕੁਲ ਉਹ ਕੁਵਾਰਾ ਹੈ, ਉਹਨੂੰ ਕੁਵਾਰਾ ਕਹਿੰਦੇ ਆ। ਤੇ ਕਹਿੰਦੇ ਨੇ ਆਪਣੀ ਇਸ ਕਾਇਆ ਨੂੰ ਵਿਕਾਰਾਂ ਵੱਲੋਂ ਬਚਾ ਕੇ ਰੱਖਣਾ।
ਇੱਕ ਵਾਰੀ ਕਾਇਆ, ਕਹਿੰਦੇ ਜੁਗਤ ਡੰਡਾ ਪ੍ਰਤੀਤ, ਕਹਿੰਦੇ ਨੇ ਇਹ ਜੁਗਤ ਹੈ ਜੋਗ ਦੀ, ਤੇ ਫਿਰ ਕਹਿੰਦੇ ਨੇ ਡੰਡਾ ਪ੍ਰਤੀਤ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਵਿੱਚ ਭਰੋਸਾ ਤੇ ਪ੍ਰਤੀਤ ਬਣਾਉਣੀ, ਕਹਿੰਦੇ ਡੰਡਾ ਹੈ ਹੱਥ ਵਿੱਚ ਪਕੜਨਾ। ਆ ਮੇਰੇ ਕੋਲ ਚਿੰਨ੍ਹ ਨੇ ਜੋਗੀਓ, ਆ ਚਿੰਨ੍ਹ ਤੁਸੀਂ ਵੀ ਧਾਰਨ ਕਰੋ ਜੇ ਰੱਬ ਤੱਕ ਪਹੁੰਚਣਾ ਹੈ, ਸੱਚੇ ਜੋਗੀ ਬਣਨਾ ਹੈ। ਕਹਿੰਦੇ ਨੇ ਮੁੰਦਾ ਸੰਤੋਖ ਸਰਬਪਤ ਝੋੜੀ ਧਿਆਨ ਕੀ ਕਰੇ ਵਿਭੂਤ, ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ। ਹੁਣ 12 ਫਿਰਕਿਆਂ ਦੇ ਵਿੱਚੋਂ ਜੋਗੀਆਂ ਦੇ 12 ਫਿਰਕੇ ਮੰਨੇ ਜਾਂਦੇ ਨੇ, 12 ਫਿਰਕਿਆਂ ਦੇ ਵਿੱਚੋਂ ਆਈ ਪੰਥ ਸਭ ਤੋਂ ਵੱਡਾ ਫਿਰਕਾ ਮੰਨਿਆ ਜਾਂਦਾ ਹੈ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਾਰੀ ਮਨੁੱਖਤਾ ਨੂੰ ਰੱਬ ਦੀ ਸੰਤਾਨ ਸਮਝ ਕੇ ਉਹਦੇ ਨਾਲ ਪਿਆਰ ਕਰਨਾ। ਹੁਣ ਤੁਸੀਂ ਤਾਂ ਨਫ਼ਰਤ ਕਰਦੇ ਹੋ, ਕਿਰਤੀਆਂ ਦੇ ਘਰ ਵਿੱਚ ਮੰਗਣ ਜਾਂਦੇ ਹੋ, ਕਿਰਤੀਆਂ ਨੂੰ ਮਾੜਾ ਸਮਝਦੇ ਹੋ, ਕਿਰਤੀ ਜੀ ਸਾਡੀ ਬਰਾਬਰੀ ਨਹੀਂ ਕਰ ਸਕਦੇ, ਇਹ ਤੇ ਮਾਇਆ ਮੋਹ ਦੇ ਵਿੱਚ ਖੱਜਲ ਹੋਏ ਪਏ ਹਨ। ਪਰ ਜੋਗੀਆਂ ਨੂੰ ਕਿਹਾ ਵੀ ਸਾਰੀ ਮਨੁੱਖਤਾ ਦੇ ਵਿੱਚੋਂ ਉਸ ਅਕਾਲ ਪੁਰਖ ਦੀ ਜੋਤ ਨੂੰ ਵੇਖਣਾ, ਸਾਰਿਆਂ ਨਾਲ ਪਿਆਰ ਕਰਨਾ, ਇਹ ਆਈ ਪੰਥ ਵਿੱਚ ਸ਼ਾਮਲ ਹੋਇਆ। ਸਮਝੋ ਕਿ ਮਨ ਜੀਤੇ ਜਗ ਜੀਤ, ਇਸ ਢੰਗ ਨਾਲ ਮਨ ਜਿੱਤਿਆ ਜਾ ਸਕਦਾ ਹੈ। ਤੇ ਜਿਹੜਾ ਬੰਦਾ ਮਨ ਨੂੰ ਜਿੱਤ ਲੈਂਦਾ ਹੈ ਉਹ ਜਗਤ ਨੂੰ ਵੀ ਜਿੱਤ ਲੈਂਦਾ ਹੈ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਜੋਗੀਓ ਉਸ ਵੱਡੇ ਅੱਗੇ ਨਮਸਕਾਰ ਕਰੋ। ਆਦੇਸ਼ ਦਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼। ਜਿਹੜਾ ਧੱਬਿਆਂ ਤੋਂ ਰਹਿਤ ਹੈ, ਕਾਲਕ ਤੋਂ ਰਹਿਤ ਹੈ, ਸਾਰਿਆਂ ਦਾ ਮੁੱਢ ਹੈ, ਨਾਸ਼ ਤੋਂ ਰਹਿਤ ਹੈ, ਤੇ ਜੁਗਾਂ ਜੁਗਾਂਤਰਾਂ ਤੋਂ ਇੱਕੋ ਵੇਸ਼ ਵਿੱਚ ਰਹਿ ਰਿਹਾ ਹੈ। ਉਸ ਪਰਮਾਤਮਾ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਓ, ਸੱਚੇ ਜੋਗੀ ਬਣ ਜਾਓਗੇ, ਉਸ ਪਰਮਾਤਮਾ ਨਾਲ ਮਿਲਾਪ ਹੋ ਜਾਏਗਾ। ਸੋ ਗੁਰੂ ਪਾਤਸ਼ਾਹ ਜੀ ਨੇ ਇਸ ਪਹਿਲੀ ਪੌੜੀ ਹੈ ਤੇ 28ਵੀਂ ਪੌੜੀ, ਪਰ 4 ਪੌੜੀਆਂ ਨੇ ਜੋਗੀਆਂ ਦੇ ਨਾਲ ਵਿਚਾਰ ਵਟਾਂਦਰਾ ਕਰਦਿਆਂ ਗੁਰੂ ਮਹਾਰਾਜ ਜੀ ਨੇ ਸੱਚੇ ਜੋਗ ਦੀ, ਮਿਲਾਪ ਦੀ ਉਹਨਾਂ ਨੂੰ ਜੁਗਤੀ ਬਿਆਨ ਕਰਕੇ ਦੱਸੀ ਹੈ। ਸੋ ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਬੋਲ ਗਲਤੀ ਦੀ ਖੇਮਾ ਪ੍ਰਵਾਨੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।